बिस्मिल्लाहिर्रहमानिर्रहीम अस्सलाम वालेकुम दोस्तों, मैं तुहाडा होस्ट गुलाम मुस्तफा सिंधु तो तुसी देख रहे हो मेरा यूट्यूब चैनल सिंधु पी के। नाजरीन, जैसा कि तुहानू पता है कि असी बजुर्गों की स्टोरियां ज़्यादातर रिकॉर्ड करने हैं तो अज फिर सानू एक बहुत ही प्यारा सरमाया मिला है। बजुर्ग साडे नाल मौजूद ने, इन्हां नाल गलबात करांगे। ये भी हिंदुस्तान दे विचों जिहड़ा है हिजरत करके साडे पाकिस्तान दे अंदर आए। जो मुश्किलात इन्होंने दरपेश आईयां, जिन्नियां इन्होंने कुर्बानियां दित्तियां इस मुल्क नूं हासिल करने वास्ते, ये उत्ते असी जिहड़ी है गलबात करांगे और उम्मीद करांगे कि तुहानू अज दी वीडियो पसंद आएगी। तो इस वक्त मैं मौजूद हाँ चक नंबर 193 हाजी फकीर हुसैन दी भैणी ते ये तहसील मैलसी ते ज़िला व्याड़ी। तो गल करने बाबा जी नाल। अस्सलाम वालेकुम। वालेकुम सलाम। बाबा जी, सब तो पहले अपना प्यारा जिहा नाम दसो। हाजी फकीर मोहम्मद। ये दसो तुहाडी तबीयत दा की हाल चाल है? तबीयत मेरी कोई थोड़ी जी डाउन रहिंदी आ। अच्छा अच्छा, ठीक सी हुण काफ़ी दिन दी। अच्छा, वालिद साहब दा की नाम जी? नूर मोहम्मद। दादे दा नाम याद है? हाँ जी, की वालिद नाम? मुराद भाई। अच्छा, हिंदुस्तान च किहड़े पिंड च रहिंदे सी? ਅਸੀਂ ਸਾਲਾਪੁਰ ਰਹਿੰਦੇ ਸੀਗੇ। ਸਾਡਾ ਸਾਲਾਪੁਰ ਸੀਗਾ ਸ਼ਾਹਕੋਟ ਦਾ ਥਾਣਾ ਵੱਜਦਾ ਸੀ। ਸ਼ਾਹਕੋਟ ਮਰਸੀਆਂ ਵੱਜਦੀਆਂ ਸੀਗੀਆਂ। ਮਰਸੀਆਂ ਦੇ ਜਿਹੜਾ ਸ਼ਹਿਰ ਸੀ ਨਾ ਉਹ ਨਾਲ ਲੱਗ ਗਿਆ ਸ਼ਾਹਕੋਟ ਦੇ। अच्छा ਤਾਂ ਫਿਰ ਦੋਨੋਂ ਜਿਵੇਂ ਆ ਮੈਲਸੀ ਕਹਿੰਦੇ ਆ ਇੱਦਾਂ ਉਹ ਸਮਝਦਾ ਵੀ ਸਾਨੂੰ ਜਿਹੜਾ ਸੀਗਾ ਸ਼ਾਹਕੋਟ ਮਰਸੀਆਂ ਵੱਜਦੀ ਸਾਡਾ ਥਾਣਾ। अच्छा, तो वो उत्थे भी तहसीलां वगैरह जिले हुंदे होणे? ਹਾਂਜੀ ਹਾਂਜੀ। ਕਿਹੜਾ ਜ਼ਿਲ੍ਹਾ ਸੀ? ਸਾਡਾ ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ ਸੀ। ਅੱਛਾ, ਜਿਹੜਾ ਪਿੰਡ ਸੀ ਤੁਹਾਡਾ ਉਹਦੇ ਨਾਲ ਹੋਰ ਕਿਹੜੇ ਪਿੰਡ ਸੀ? ਉਹ ਪਿੰਡ ਸਾਡੇ ਨਾਲ ਨਾਲ ਲੰਗਿਆਲ ਸੀਗਾ, ਥੰਮੂਵਾਲ, ਜਾਫਰਵਾਲ, ਛੋਟੀਆਂ ਪਰਜੀਆਂ, ਵੱਡੀਆਂ ਪਰਜੀਆਂ, ਆਲੋਵਾਲ, ਢੇਰੀਆਂ। ਅੱਛਾ, ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਵਿੱਚ ਕਿੰਨੀ ਕੁ ਆਬਾਦੀ ਸੀ ਔਰ ਕਿਹੜੀ ਕੌਮ ਜ਼ਿਆਦਾ ਰਹਿੰਦੀ ਸੀ? ਸਾਡੇ ਕੌਮ ਜ਼ਿਆਦਾ ਰਹਿੰਦੀ ਸੀ, ਰਾਈ ਰਹਿੰਦੀ ਸੀ ਜ਼ਿਆਦਾ। ਕੌਮ ਜ਼ਿਆਦਾ ਸੀਗੀ, ਜ਼ਿਆਦਾ ਰਾਈਆਂ ਦੀ। ਅੱਛਾ, ਇਸ ਵਕਤ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੀ ਯਾਨੀ 4/9/2022 ਦਾ ਦਿਨ ਹੈ, ਕਿੰਨੀ ਉਮਰ ਹੈ ਤੁਹਾਡੀ? ਹੁਣ ਮੈਨੂੰ ਤਾਂ ਇਹ ਪੱਕ ਪਤਾ ਨਹੀਂ। ਹੁਣ ਸਮਝਾ ਵੀ ਮੈਨੂੰ ਤਾਂ ਇਹੋ ਪੱਕ ਪਤਾ ਵੀ ਮੈਂ ਚੰਗੇ ਭਲੇ ਸਮਝਾ ਵੀ ਜ਼ਿਮੀਂਦਾਰਾਂ ਨਾਲ ਕਣਕ ਵੱਢਦਾ ਰਿਹਾ। ਉਦੋਂ ਹੋਸ਼ ਦੇ ਵਿੱਚ ਸੀਗਾ, ਚੰਗਾ 12-14 ਸਾਲਾਂ ਦਾ ਬਰੇਟਾ ਸੀਗਾ। ਜਦੋਂ ਯਾਨੀ ਕਿ ਉਜਾੜੇ ਪਏ ਨੇ ਉਸ ਵਕਤ ਤੁਸੀਂ 14 ਸਾਲ ਦੇ ਸੀ? ਹਾਂਜੀ, 14 ਕੁ ਸਾਲ ਦੇ ਸੀ। ਅੱਛਾ ਅੱਛਾ, ਇਹ ਦੱਸੋ ਤੁਹਾਡੇ ਪਿੰਡ ਜਿਹੜੇ ਤੁਸੀਂ ਰਹਿੰਦੇ ਸੀਗੇ, ਤੁਹਾਨੂੰ ਯਾਦ ਹੋਣਗੇ ਤੁਹਾਡੇ ਸਿੱਖ, ਹਿੰਦੂ ਜਾਂ ਕੋਈ ਦੋਸਤ ਵੀ ਹੋਣਗੇ? ਯਾਦ ਤਾਂ ਇਹੋ ਹੀ ਹੈ ਵੀ ਸਾਡੇ ਸਮਝਾ ਕਿਰਾੜ ਸੀਗੇ ਉਹ ਵਾਦੇ। ਹਾਂਜੀ। ਅਰਜਨ ਸਿੰਘ ਸੀ ਕਿਸੇ ਨਾਮ ਜਵਾਲਾ ਸਿੰਘ, ਇਹਦਾ ਦੇ ਨਾਂ ਹੁੰਦੇ ਸੀਗੇ। ਤੁਹਾਡੇ ਦੋਸਤ ਵੀ ਹੋਣਗੇ, ਕੋਈ ਨਾਮ ਉਹਨਾਂ ਦੇ ਦੱਸੋ। ਦੋਸਤ ਨਹੀਂ ਸੀ ਉਹ ਸਾਡੇ, ਮਤਲਬ ਚੌਕੀਦਾਰ ਸੀਗੇ। ਅਸੀਂ ਉਹਨਾਂ ਦੀ ਜ਼ਮੀਨ ਵਾਹੁੰਦੇ ਸੀ। ਜਵਾਲਾ ਸਿੰਘ ਕਿਰਾੜ ਸੀਗਾ। ਅੱਛਾ, ਹਾਂ। ਉਹਦੇ ਕੋਈ ਭਾਈ, ਵਾਲਦ, ਚਾਚਾ? ਉਹਦੇ ਵਾਲਦ ਜਿਹੜੇ ਹੋਣਗੇ ਉਹ ਤਾਂ ਹੁਣ ਮੈਨੂੰ ਯਾਦ ਨਹੀਂ। ਹਾਂ। ਅੱਛਾ, ਉੱਥੇ ਤੁਹਾਡੇ ਪਿੰਡ ਦੇ ਵਿੱਚ ਕੋਈ ਸਕੂਲ ਵੀ ਹੋਏਗਾ ਸਾਫ ਜ਼ਾਹਿਰ? ਨਹੀਂ, ਸਕੂਲ ਕੋਈ ਨਹੀਂ ਸੀ। ਤੁਸੀਂ ਪੜ੍ਹੇ ਲਿਖੇ ਹੋ? ਹਾਂਜੀ, ਉਹ ਮੈਂ ਥੋੜ੍ਹਾ ਹੀ ਪੜ੍ਹਿਆ, ਮਾੜਾ ਮੋਟਾ ਉਰਦੂ। ਕਿੱਥੇ, ਪਾਕਿਸਤਾਨ 'ਚ ਜਾਂ ਹਿੰਦੁਸਤਾਨ 'ਚ? ਇੱਥੇ ਹੀ ਆ ਕੇ ਪਾਕਿਸਤਾਨ 'ਚ ਆ ਕੇ? ਪਾਕਿਸਤਾਨ ਜੀ। ਅੱਛਾ, ਕੋਈ ਐਸਾ ਵਾਕਿਆ ਦੱਸ ਦਿਓ ਜਿਹੜਾ ਤੁਹਾਨੂੰ ਅੱਜ ਤੱਕ ਯਾਦ ਹੋਵੇ ਤੇ ਪਾਕਿਸਤਾਨ 'ਚ ਆ ਕੇ ਜਦੋਂ ਤੁਸੀਂ ਉਹਨੂੰ ਯਾਦ ਕਰਦੇ ਹੋ ਤੁਹਾਨੂੰ ਰੋਣਾ ਆ ਜਾਂਦਾ ਹੋਵੇ? ਨਹੀਂ, ਕੋਈ ਨਹੀਂ ਰੋਣਾ ਆਇਆ। ਇਹਨਾਂ ਦੇ ਹੁਕਮ ਨਾਲ ਸਾਰਾ ਇਨਸ਼ਾਅੱਲਾ ਹੁਣ ਤੇ ਚੰਗੀ ਲੰਘੇ ਜਿਹੜੀ ਲੰਘ ਗਈ। ਅੱਛਾ ਬਾਬਾ ਜੀ, ਇਹ ਦੱਸੋ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਟਵਾਰਾ ਹੋਇਆ ਤੁਹਾਨੂੰ ਕਿਵੇਂ ਪਤਾ ਚੱਲਿਆ ਸੀ? ਸਾਨੂੰ ਤਾਂ ਸਮਝਾ ਪਹਿਲੇ ਇਤਲਾਹ ਸਮਝਾ ਸਿੱਖਾਂ ਕੁਰਾੜਾ ਨੇ ਕਰ ਦਿੱਤੀ ਵੀ ਹਿੰਦੁਸਤਾਨ ਪਾਕਿਸਤਾਨ ਬਣਨਾ, ਤੁਸੀਂ ਜਾਇਓ ਨਾ ਇੱਥੇ ਰਹਿਓ। ਅਸੀਂ ਆਖਿਆ ਵੀ ਨਹੀਂ, ਅਸੀਂ ਇੱਥੇ ਨਹੀਂ ਰਹਿਣਾ, ਅਸੀਂ ਆਪਦੇ ਮੁਲਕ ਦੇ ਵਿੱਚ ਜਾਣਾ। ਤੁਹਾਡੇ ਦਿਲ ਦੇ ਵਿੱਚ ਹੋਣੀ ਹੈ ਵੀ ਚਲੋ ਇਹ ਇੱਥੇ ਰਹਿਣਗੇ, ਅਸੀਂ ਉਹ ਜਨਾਨੀਆਂ ਕਾਬੂ ਕਰ ਲਵਾਂਗੇ, ਗਾਂ ਇਹਨਾਂ ਨੂੰ ਮਾਰ ਦਿਆਂਗੇ ਜਾਂ ਸਾੜ ਦਿਆਂਗੇ। ਕਈਆਂ ਨੇ ਸਮਝਾ ਚੱਕ ਸਾੜ ਦਿੱਤੇ। ਸਮਝਾ ਉਜਾੜਾ ਪੈ ਗਏ। ਜਿਸ ਵੇਲੇ ਅਸੀਂ ਆਏ ਹਾਂ ਤਾਂ ਫਿਰ ਗੱਡਿਆਂ ਦੇ ਉੱਤੇ ਅਸੀਂ ਆਏ। 50-60 ਗੱਡਿਆ ਸੀਗਾ ਸਾਡਾ, ਜੋ ਰਾਤ ਨੂੰ ਨਿਕਲੇ ਹਾਂ ਸ਼ਾਮ ਨੂੰ ਬਸ ਫਿਰ ਤੁਰ ਪਏ। ਸਮਝਾ ਤੂੰ ਮੇਰੇ ਮੋਹਰੇ, ਮੈਂ ਤੇਰੇ ਮੋਹਰੇ। ਨਹੀਂ, ਉੱਥੇ ਪਿੰਡ ਵਿੱਚ ਐਲਾਨ ਕੀਤਾ ਗਿਆ ਸੀ ਜਾਂ ਵੈਸੇ? ਪਿੰਡ ਦੇ ਵਿੱਚ ਐਲਾਨ ਕਿਉਂ ਕੀਤਾ ਗਿਆ ਸੀਗਾ? ਹਰ ਬੰਦੇ ਨੂੰ ਸਮਝਾ ਪਤਾ ਸੀ, 2-3 ਦਿਨ ਪਹਿਲੇ ਦੱਸ ਦਿੱਤਾ ਉਹਨਾਂ ਨੇ ਵੀ ਅੱਜ ਸਮਝਾ ਵੀ ਵਾਰਦਾਤ ਹੋਣੀ ਹੈ ਤੇ ਸਮਝਾ ਨਿਕਲ ਜਾਓ ਮੁਸਲਮਾਨਾਂ, ਜੇ ਤੁਹਾਡੀ ਚੰਗੀ ਤਕਦੀਰ ਆ ਤਾਂ। ਫਿਰ ਤੁਸੀਂ ਕਿਸ ਤਰ੍ਹਾਂ ਆਏ, ਕਿੰਨੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ? ਅਸੀਂ ਸਮਝਾ ਫਿਰ ਤੁਰੇ ਆਏ ਗੱਡੀਆਂ ਦੇ ਉੱਤੇ। ਕਦੇ ਸਮਝਾ ਵੀ ਕਿਤੇ ਸਵੇਰ ਨੂੰ ਸਮਝਾ ਬੰਦ ਕਰਨਾ। ਕੌਣ ਨਾਲ ਸੀ? ਤੁਹਾਡਾ ਪੂਰਾ ਖਾਨਦਾਨ ਸੀ? ਤੁਸੀਂ ਪੂਰਾ ਅਕੇਲੇ? ਖਾਨਦਾਨ ਸਾਡਾ ਨਹੀਂ ਸੀ। ਸਮਝਾ ਵੀ ਵਿੱਚ ਬੰਦੇ ਜਿਹੜੇ ਸੀਗੇ ਰਹਿ ਗਏ ਵਿੱਚ, ਮਤਲਬ ਸਾਲਾਪੁਰ ਦੇ ਵਿੱਚੋਂ ਪਹਿਲੇ ਤੁਸੀਂ ਕਿਹੜੀ ਜਗ੍ਹਾ ਤੇ ਗਏ ਸੀ ਜਦੋਂ ਕਿਹਾ ਵੀ ਤੁਸੀਂ ਜੀ ਆਪਣੇ ਮੁਲਕ ਜਾਓ? ਅਸੀਂ ਪਹਿਲੀ ਸਮਝਾ ਵੀ ਆਏ। ਸਮਝਾ ਇੱਥੇ ਕੰਪ ਸਾਡੇ ਲੱਗ ਗਿਆ ਸੀਗਾ। ਸਮਝਾ ਕੋਈ 40-50 ਮੀਲ ਤੇ ਆ ਕੇ। ਉਹ ਜਗ੍ਹਾ ਦਾ ਨਾਂ ਯਾਦ ਹੈ? ਉਹ ਜਗ੍ਹਾ ਦਾ ਨਾਂ ਨਹੀਂ ਯਾਦ।
ਉੱਥੇ ਰੋਜ਼ ਹੀ ਮੀਂਹ ਪਈ ਜਾਵੇ ਸਮਝਾ ਵੀ ਅਸੀਂ ਤੂੜੀ ਦੇ ਉੱਤੇ ਬਹਿ ਗਏ 2-4 ਦਿਨ ਫਿਰ 10 ਦਿਨ ਉੱਥੇ ਗੁਜ਼ਾਰੇ ਤਾਂ ਫਿਰ ਕੰਪ ਪੱਟ ਹੋਇਆ ਤਾਂ ਫਿਰ ਗਾਂ ਤੁਰ ਪਏ ਮਿਲਟਰੀ ਸਮਝਾ ਸਾਡੇ ਨਾਲ ਸੀਗੀ ਇਹ ਗੋਰਖਿਆਂ ਦੀ ਮਧਰੇ ਜਵਾਨ ਹੋਣ ਐਡੇ ਤੇ ਉਹਨਾਂ ਨੇ ਪਹਿਰਾ ਦਿੱਤਾ ਸਮਝਾ ਸਾਡੇ ਗੜਿਆਂ ਦਾ ਕਦੇ ਉਧਰ ਜਾਇਆ ਕਰਨ ਕਦੇ ਪਿੱਛੇ ਉਧਰ ਜਾਇਆ ਕਰਨ ਰਾਈਫਲਾਂ ਉਹਨਾਂ ਦੇ ਕੋਲ ਹੋਣ ਤਾਂ ਫਿਰ ਬਾਮਾਨ ਫਿਰ ਅਸੀਂ ਆਏ। ਅੱਛਾ ਜਦੋਂ ਤੁਸੀਂ ਆਏ ਜੇ ਹਾਂਜੀ ਕੋਈ ਉੱਥੇ ਕਤਲੋ ਗਾਰਤ ਵੀ ਹੋਈ? ਕਤਲੋ ਗਾਰ ਕੇ ਇੱਦਾਂ ਹੀ ਸੀ ਵੀ ਜਿਸ ਵੇਲੇ ਸ਼ਾਮ ਵੇਲਾ ਹੁੰਦਾ ਸੀ ਨਾ ਉਸ ਵੇਲੇ ਨਾ ਕਿਸੇ ਪਾਸੇ ਜਾਓ ਨਹੀਂ ਤਾਂ ਹਿੰਦੂ ਜਿਹੜੇ ਸੀਗੇ ਫੂਕ ਦਿੰਦੇ ਸੀਗੇ ਅੱਗਾਂ ਲਾ ਦੇਣੀਆਂ ਸਮਝਾ ਕਤਲੋ ਗਾਰ 'ਚ ਹੋ ਜਾਣੀ ਚੱਲ ਪੈਣੇ ਸਮਝਾ ਗੋਲੀਆਂ ਚੱਲ ਪੈਣੀਆਂ ਕਈਆਂ ਨੇ ਮਰ ਜਾਣਾ ਕਈਆਂ ਨੇ ਵਿਚਾਰੇ ਨੇ ਇੱਦਾਂ ਢੇਰਾਂ ਦੇ ਢੇਰ ਲੱਗ ਜਾਣੇ। ਤੋੜ ਪਾਕਿਸਤਾਨ ਤਾਂ ਇੱਦਾਂ ਹੀ ਆ ਵੀ ਸਮਝਾ ਵੀ ਕਿਤੇ ਜਿੱਥੇ ਰਾਤ ਪੈ ਜਾਂਦੀ ਸੀ ਰਾਤ ਗੁਜ਼ਾਰਦੇ ਸੀਗੇ ਦਿਨ ਨੂੰ ਸਮਝਾ ਕਦੇ ਖਾਣਾ ਦਾਣਾ ਲੱਭਣਾ ਕਦੇ ਸਮਝਾ ਵੀ ਜਾ ਕੇ ਆਟਾ ਦਾਣਾ ਕਿਸੇ ਨੇ ਕਿਸੇ ਪਾਸੇ ਲਿਆਉਣਾ ਤਾਂ ਫਿਰ ਨਿਆਣਿਆਂ ਨੂੰ ਜਾਂ ਸਿਆਣਿਆਂ ਨੇ ਖਾਣਾ ਬੜੀ ਤਕਲੀਫ ਹੋਈ ਉੱਥੋਂ ਫਿਰ ਤੁਰਨਾ ਫਿਰ 2-4 ਮੀਲ ਕਰਨਾ ਫਿਰ ਸਮਝਾ ਕੈਂਪ ਲੱਗ ਜਾਣਾ। ਤੁਸੀਂ ਪੈਦਲ ਸੀ ਗੱਡੀਆਂ ਤੇ? ਗੱਡੀਆਂ ਦੇ ਉੱਤੇ ਆਉਂਦੇ ਸੀਗੇ ਕਿਉਂ ਗੱਡੀਆਂ ਦੇ ਉੱਤੇ ਸਮਾਨ ਮਾੜਾ ਮਾਟਾ ਰੱਖਿਆ ਸੀਗਾ ਆਪਦਾ ਤੁਰੇ ਰਹਿਣਾ ਦਿਨ ਨੂੰ ਜਿਸ ਵੇਲੇ ਸੂਰਜ ਖੜਾ ਹੋ ਜਾਣਾ ਉਹ ਨਜ਼ਦੀਕ ਚਲੇ ਜਾਣਾ ਤਾਂ ਉਸ ਵੇਲੇ ਬਹਿ ਜਾਣਾ ਉੱਥੇ ਰਾਤ ਕੱਟ ਲੈਣੀ ਤੇ ਬਸ ਫਿਰ ਤੁਰ ਪੈਣਾ ਸਵੇਰ ਨੂੰ। ਅੱਛਾ ਕਿੱਥੇ ਕਿੱਥੇ ਫਿਰ ਤੁਸੀਂ ਆਏ ਕਿੱਥੇ ਕਿੱਥੇ? ਫਿਰ ਅਸੀਂ ਸਮਝਾ ਪਹਿਲੇ ਆਏ ਜਿਸ ਵੇਲੇ ਤੁਰੇ ਆਏ ਸੀ ਉਹ ਸਾਡੇ ਪਿੰਡ ਤੋਂ ਅਗਲਾ ਪਿੰਡ ਸਮਝਾ ਮਹਿਦਪੁਰ ਸੀਗਾ ਲੱਗਾ। ਅੱਛਾ ਮਹਿਦਪੁਰ ਲੱਗਾ। ਉਸ ਤੋਂ ਬਾਅਦ ਤੇ ਫਿਰ ਸਮਝਾ ਵੀ ਪਾਕਿਸਤਾਨ ਨਹੀਂ ਆਇਆ ਤੇ ਇਹ ਆਇਆ ਸਮਝਾ ਅੰਮ੍ਰਿਤਸਰ ਦਾ ਸਮਝਾ ਵੀ ਆਏ ਤਹਿਸੀਲ ਵੀ ਅੰਮ੍ਰਿਤਸਰ ਆ ਗਿਆ। ਅੱਛਾ ਰਸਤੇ 'ਚ ਆਉਂਦਿਆਂ ਤੁਸੀਂ ਕੀ ਦੇਖਿਆ? ਰਸਤੇ 'ਚ ਆਉਂਦਿਆਂ ਅਸੀਂ ਕੁਛ ਨਹੀਂ ਦੇਖਿਆ ਸਮਝਾ ਵੀ ਉੱਦਾਂ ਹੀ ਮਾਲ ਤੁਰਿਆ ਫਿਰੇ ਸਾਡਾ ਉੱਦਾਂ ਹੀ ਸਮਝਾ ਘਰ ਲੁੱਟ ਲੈ ਲੋਕਾਂ ਸਿੱਖਾਂ ਨੇ ਰਾਤ ਦਿਨ ਸਮਝਾ ਕਤਲ ਗਾਰਦ ਕਾਫੀ ਕੀਤੀ ਸਾਡੀ ਰਾਤ ਨੂੰ ਸਮਝਾ ਕਿਸੇ ਪਾਸੇ ਨਹੀਂ ਸੀ ਜਾਂਦੇ ਸੂਰਜ ਖੜੇ ਸਮਝਾ ਵੀ ਨੇੜੇ ਸਮਝਾ ਆਪਦੇ ਰਹਿਣਾ ਕੰਪਾਂ ਦੇ ਵਿੱਚ ਆਪਦੇ ਬੈਠੇ ਰਹਿਣਾ ਗੱਡਿਆਂ ਨੇ ਆਪਦੇ ਕੰਪ ਲੈ ਕੇ ਜਿਵੇਂ ਪੱਖੀ ਬਾਸ ਬੈਠੇ ਰਹਿੰਦੇ। ਅੱਛਾ ਤੁਹਾਡੇ ਪਿੰਡ ਦੀ ਕੋਈ ਖਾਸ ਨਿਸ਼ਾਨੀ ਅੱਜ ਅਗਰ ਤੁਹਾਨੂੰ ਮੌਕਾ ਮਿਲੇ ਉੱਥੇ ਜਾਣ ਦਾ ਪਿੰਡ ਦੀ ਸ਼ਨਾਖਤ ਕਰ ਲਓਗੇ? ਪਿੰਡ ਦੀ ਸ਼ਨਾਖਤ ਕਰ ਲਵਾਂਗੇ ਵੀ ਕਿਉਂ ਪਿੰਡ ਦੇਖਿਆ ਸੀਗਾ ਨਾ ਸਮਝਾ ਵੀ ਨਾਲ ਜਿਹੜੇ ਪਿੰਡ ਹੋਰ ਸੀਗੇ ਉਹ ਪਿੰਡ ਲੱਭ ਕੇ ਬੰਦਾ ਫਿਰ ਉਹਨੂੰ ਆਪਦੇ ਪਿੰਡ ਨੂੰ ਵੀ ਦੇਖ ਲੈਂਦਾ। ਪਿੰਡ ਦੀ ਕੋਈ ਖਾਸ ਨਿਸ਼ਾਨੀ ਹੋਵੇ ਕੋਈ ਦਰਖਤ ਕੋਈ ਐਸੀ ਜਗ੍ਹਾ ਜਿੱਥੇ ਤੁਸੀਂ ਯਾਰ ਬੇਲੀ ਦੋਸਤ ਬੈਠਦੇ ਹੋਵੇ? ਉਸ ਚੌਂਕ ਦੀ ਹੁੰਦਾ ਸੀਗਾ ਸਮਝਾ ਚੌਂਕ ਦੇ ਵਿੱਚ ਧੂੰਆਂ ਲਾ ਲੈਣਾ ਹਰ ਕਿਸੇ ਨੇ ਆਪ ਦਾ ਸਮਝਾ ਵੀ ਮੋਢੇ 'ਤੇ ਪਜਾੜੀ ਰੱਖਣੀ ਤਾਂ ਧੂੰਏ ਨਾਲ ਸਮਝਾ ਵੀ ਲਾ ਕੇ ਪਾਥੀ 'ਤੇ ਸਮਝਾ ਵੀ ਹੁੱਕੇ 'ਤੇ ਧਰ ਲੈਣੀ ਆ ਗਈ ਤਾਂ ਆਪਦਾ ਜਾ ਕੇ ਖੂਹ ਵਾਹੁੰਦੇ ਰਹਿਣਾ ਸ਼ਾਮ ਨੂੰ ਸਮਝਾ ਵੀ ਰਾਤ ਨੂੰ ਆ ਜਾਣਾ ਦਿਨ ਨੂੰ ਫਿਰ ਜਾ ਕੇ ਸਮਝਾ ਖੂਹ ਵਾਹੁਣੇ ਸਮਝਾ ਵੀ ਕਿਆਰੇ ਬਣਾਉਣੇ ਆਪਦੇ ਸਮਝਾ ਰੋਜ਼ ਹੀ ਕਮਾਉਂਦੇ ਸੀ। ਤੁਹਾਡਾ ਨਜ਼ਦੀਕੀ ਦਰਿਆ ਕਿਹੜਾ ਸੀ? ਇਹ ਸਤਲੁਜ ਸੀਗਾ ਇਹੋ। ਸਤਲੁਜ? ਹਾਂਜੀ ਅੱਛਾ ਜਿਸ ਤਰ੍ਹਾਂ ਇੱਥੇ ਹੁਣ ਅੱਜ ਕੱਲ੍ਹ ਪਾਕਿਸਤਾਨ 'ਚ ਬੜਾ ਸੈਲਾਬ ਆਇਆ ਉੱਥੇ ਵੀ ਸੈਲਾਬ ਆਉਂਦਾ ਸੀ? ਉੱਥੇ ਸੈਲਾਬ ਨਹੀਂ ਸੀ ਆਉਂਦਾ। ਅੱਛਾ ਹਾਂ ਉੱਥੇ ਫਿਰ ਕਿਵੇਂ ਫਸਲ ਕਾਸ਼ਤ ਹੁੰਦੀ ਸੀ? ਉੱਥੇ ਫਸਲ ਇੱਦਾਂ ਹੀ ਖੂਹਾਂ ਦੀ ਕਾਸ਼ਤ ਹੁੰਦੀ ਸੀਗੀ ਕਦੇ ਅਸੀਂ ਸਮਝਾ ਵੀ ਇਹ ਬੀਜਣਾ ਮੂੰਜੀ ਬੀਜਣੀ ਥੋੜ੍ਹੀ ਜਿਹੀ ਕਪਾਹ ਬੀਜਣੀ ਬਾਕੀ ਸਮਝਾ ਵੀ ਆਲੂ ਗੋਭੀ ਹੈ ਇਹ ਜਿਹੜੇ ਸਮਝਾ ਛੋਟੀਆਂ ਫਸਲਾਂ ਬੀਜੀਆਂ ਅਤੇ ਕਪਾਹ ਘੱਟ ਬੀਜਦੇ ਸੀ ਜਾਂ ਕਣਕ ਬੀਜਣੀ ਜਾਂ ਮੱਕੀ ਹੁੰਦੀ ਸੀ 2 ਵਾਰੀ ਸਮਝਾ ਜਾਂ 3 ਵਾਰੀ ਬੀਜਣੀ ਸਾਲ ਦੇ ਵਿੱਚ ਉਹ ਚੱਕ ਲੈਣੀ। ਅੱਛਾ ਤੁਹਾਨੂੰ ਨਜ਼ਦੀਕੀ ਸ਼ਹਿਰ ਕਿਹੜਾ ਲੱਗਦਾ ਸੀ? ਮਤਲਬ ਬਸ ਜ਼ਿਲ੍ਹਾ ਜਲੰਧਰ ਦਾ ਹੀ ਲੱਗਦਾ ਸੀ ਸਾਨੂੰ ਨਜ਼ਦੀਕ। ਉੱਥੋਂ ਸੌਦਾ ਸਲਫ ਲੈ ਕੇ ਆਉਂਦੇ ਸੀ? ਹਾਂਜੀ ਉਹ ਤੁਹਾਡੇ ਪਿੰਡ ਤੋਂ ਕਿਹੜੀ ਸੜਕ ਜਾਂਦੀ ਸੀ ਉਸ ਸ਼ਹਿਰ? ਉਹ ਸੜਕ ਸਮਝਾ ਵੀ ਹੁਣ ਕੁਤਬ ਵੱਲ ਦੇ ਪਾਸੇ ਜਾਂਦੀ ਸੀਗੀ ਦੱਖਣ ਵੱਲ ਦੇ ਕੁਤਬ ਵੱਲ ਦੇ ਪਾਸੇ ਨੂੰ ਨਾ ਕੋਈ ਨਹੀਂ ਸੀ ਰੋਡ ਦਾ ਸੜਕ ਦਾ? ਮਹਿਦਪੁਰ ਸੇ ਵੱਜਦਾ ਸੀਗਾ ਮਹਿਦਪੁਰ। ਅੱਛਾ ਬਾਬਾ ਜੀ ਤੁਸੀਂ ਸਾਨੂੰ ਇੰਟਰਵਿਊ ਤੋਂ ਪਹਿਲੇ ਦੱਸਿਆ ਕਿ ਤੁਸੀਂ ਆਪਣੀ ਕਾਫੀ ਪੀੜ੍ਹੀਆਂ ਜਾਣਦੇ ਹੋ ਉਹ ਸਾਰੀ ਪੀੜ੍ਹੀਆਂ ਦਾ ਨਾਂ ਤਾਂ ਲੈਣਾ। ਮੇਰੇ ਵਾਲ ਦੇ ਨਾਂ ਸੀਗਾ ਨੂਰ ਮੁਹੰਮਦ ਵਲਦ ਮਰਾਦ ਬਸ਼ਕ ਵਲਦ ਕਾਦਰ ਬਸ਼ਕ ਵਲਦ ਗੌਂਸਾ ਵਲਦ ਕੁਤਬਾ ਵਲਦ ਮਾਮਦ ਵਲਦ ਪਥਲੋ ਵਲਦ ਮਾਪਾਲ ਬਸ ਇਹਨੇ ਨਾਮ ਮੇਰੇ ਯਾਦ। ਮਾਸ਼ਾਅੱਲਾ ਕਾਫੀ ਪੀੜ੍ਹੀਆਂ ਬਾਬੇ ਨੇ ਗਿਣ ਦਿੱਤੀਆਂ ਨੇ। ਅੱਛਾ ਫਿਰ ਤੁਸੀਂ ਤਾਂ ਪਾਕਿਸਤਾਨ 'ਚ ਪਹੁੰਚੇ ਜੇ? ਹਾਂਜੀ ਫਿਰ ਕਿੱਥੇ ਆਏ ਜੇ? ਅਸੀਂ ਗੜੇ ਮੋੜ ਆਏ ਹਾਂ ਪਹਿਲੇ। ਅੱਛਾ ਗੜੇ ਮੋੜ ਫਿਰ ਸਮਝਾ ਵੀ ਸਾਨੂੰ ਕਹਿਣਗੇ ਵੀ ਇੱਧਰ ਸਿੱਧੇ ਚਲੇ ਜਾਓ ਕੱਚੀ ਸੜਕ ਸੀ ਅਸੀਂ ਫਿਰ ਮਿੱਤਰੂ ਆ ਗਏ ਮਿੱਤਰੂ 3 ਸਾਲ ਰਹੇ ਹਾਂ ਉੱਥੋਂ ਫਿਰ ਅਸੀਂ ਪੰਜੀ ਚੱਕ ਚਲੇ ਗਏ ਆ ਲੁੰਡੂ ਵਾਲਾ ਜਿਹੜਾ ਵੱਜਦਾ ਲੁੰਡੂ ਪੰਜੀ ਸੇਵਾ ਪੰਜੀ ਵੀ ਇੱਕ 125 ਹੈ। ਕਿੰਨੇ ਭਾਈ ਸੀ ਤੁਸੀਂ? ਮੈਂ ਇਕੱਲਾ ਹੀ ਸੀਗਾ।
ਕੱਲਾ ਹੈ ਮਾਸ਼ਾਅੱਲਾ। ਹਾਂ ਤੇ ਤੁਹਾਡੇ ਵਾਲਿਦ ਸਾਹਿਬਾਨ ਕਿੰਨੇ ਭਾਈ ਸੀ? ਉਹ ਸੀਗੇ 3 ਭਾਈ ਸੀਗੇ, ਮੇਰੇ ਵੱਡੇ ਤਾਏ ਦੇ 4 ਪੁੱਤ ਸੀਗੇ, ਜਿਹੜਾ ਚਾਚਾ ਸੀ ਉਹਦੇ 3 ਸੀ। ਕੀ ਨਾਂ ਸੀ? ਵੱਡੇ ਨੇ ਫਜ਼ਲ ਮੁਹੰਮਦ ਸੀਗਾ, ਅਲੀ ਵੱਡੇ ਨੇ ਸੀਗਾ ਅਲੀ ਮੁਹੰਮਦ, ਛੋਟੇ ਨਾਲ ਉਹਦੇ ਨਾਲ ਫਜ਼ਲ ਮੁਹੰਮਦ, ਛੋਟਾ ਸ਼ਾਹ ਮੁਹੰਮਦ, ਉਹਦੀ ਛੋਟਾ ਇਸਮਾਈਲ। ਉਹਦੇ 4 ਮੁੰਡੇ ਸੀਗੇ ਮੇਰੇ ਤਾਏ ਦੇ ਪੁੱਤ ਭਰਾ। ਸਾਰੇ ਇੱਧਰ ਆ ਗਏ ਕਿ ਉੱਥੇ ਹੀ? ਇੱਧਰ ਆ ਗਏ ਸਾਰੇ। ਅੱਛਾ, ਉਹ ਹੁਣ ਆ ਕੇ ਰਜਾ ਹੋਏ ਆ ਵਿਚਾਰੇ ਸਾਰੇ। ਇੱਥੇ ਪਾਕਿਸਤਾਨ ਚ ਆ ਗਏ। ਹਾਂਜੀ ਹਾਂਜੀ। ਜਿਹੜਾ ਚਾਚਾ ਸੀਗਾ ਉਹਦੇ 3 ਮੁੰਡੇ ਸੀਗੇ, ਇੱਕ ਅਜੇ ਬੈਠਾ ਇੱਥੇ 88 ਚੱਕ 'ਚ, ਤੇ ਉਹਦੇ ਨਾਲ ਮੁਹੰਮਦ ਅਲੀ ਆ, ਤੇ 2 ਰਜਾ ਹੋ ਗਏ, ਇੱਕ ਮੁਹੰਮਦ ਜਮੀਲ ਤੇ ਇੱਕ ਚੌਧਰੀ ਅਬਦੁਲ ਸਤਾਰ। ਅੱਛਾ, ਜਿਸ ਤਰ੍ਹਾਂ ਬੰਦਾ ਇੱਕ ਪਿੰਡ ਦੇ ਵਿੱਚ ਪੈਦਾ ਹੁੰਦਾ ਉਸ ਜਗ੍ਹਾ ਨੂੰ ਹਮੇਸ਼ਾ ਯਾਦ ਰੱਖਦਾ। ਹਾਂਜੀ। ਤੁਸੀਂ ਹਿੰਦੁਸਤਾਨ ਦੇ ਅੰਦਰ ਪੈਦਾ ਹੋਏ ਸੀ, ਤੁਹਾਨੂੰ ਕਿੰਨੀ ਕੁ ਯਾਦ ਆਉਂਦੀ ਉਸ ਪਿੰਡ ਦੀ? ਮੈਨੂੰ ਤਾਂ ਕਾਫੀ ਯਾਦ ਆਉਂਦੀ ਹੈ ਪਿੰਡ ਦੀ। ਇਹਦੇ ਗਲੀਆਂ ਦੇ ਵਿੱਚ ਦੀ ਜਾਣਾ, ਸਮਝਿਆ ਫਿਰ ਜਾ ਕੇ ਖੂਹਾਂ ਦੇ ਉੱਤੇ ਜਾ ਕੇ ਆਪਦੀ ਕਾਸ਼ਤਕਾਰੀ ਕਰਨੀ, ਫਿਰ ਆ ਜਾਣਾ। ਜੀ ਬਾਬਾ ਜੀ, ਐਂਡ ਤੇ ਤੁਸੀਂ ਇਹ ਦੱਸੋ, ਜਿਹੜੀ ਨਵੀਂ ਪੌਦ ਹੈ, ਅੱਜ ਦੀ ਜਿਹੜੀ ਨਸਲ ਹੈ, ਉਹਨੂੰ ਕੀ ਪੈਗਾਮ ਦਿਓਗੇ? ਇਹਨੂੰ ਪੈਗਾਮ ਇਹੋ ਦੇਣਾ ਵੀ ਤੁਸੀਂ ਬਈ ਪੜ੍ਹੋ, ਆਪਦਾ ਪੜ੍ਹ ਕੇ ਸਮਝਾ ਲੈ ਕਰੋ, ਨਾਲੇ ਸਮਝਾ ਵੀ ਵੱਡਿਆਂ ਦੀ ਖਿਦਮਤ ਕਰੋ, ਛੋਟਿਆਂ ਦੀ ਸਮਝਾ ਵੀ ਪਰਵਰਿਸ਼ ਕਰੋ, ਸਮਝਾ ਵੀ ਹੱਕ ਹਲਾਲ ਦੀ ਕਮਾਓ, ਹੱਕ ਹਲਾਲ ਦੀ ਖਾਓ। ਇਹ ਕਰਨੀ ਚਾਹੀਦੀ ਹੈ ਬੇਹਿਸਾਬ ਜ਼ਿਆਦੀ, ਕਿਉਂ ਜੇ ਬੜੀ ਤਕਲੀਫ ਨਾਲ ਇਹ ਮੁਲਕ ਬਣਾਇਆ ਸੀ, ਅਤੇ ਬੜੀਆਂ ਤਕਲੀਫਾਂ ਕੱਢੀਆਂ ਇਹਦੇ ਨਾਲ। ਜੀ ਤਾਂ ਨਾਜ਼ਰੀਨ, ਇਹ ਸੀ ਬਾਬੇ ਜੀ ਦੀ ਇੱਕ ਸਟੋਰੀ ਜਿਹੜੀ ਕਿ ਹਿੰਦੁਸਤਾਨ ਤੋਂ ਲੱਗ ਕੇ ਪਾਕਿਸਤਾਨ ਤੱਕ ਦੀ ਸੀ, ਤੇ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਏਗੀ। ਇਹਦੇ ਨਾਲ ਹੀ ਆਪਣੇ ਹੋਸਟ ਗੁਲਾਮ ਮੁਸਤਫਾ ਸਿੰਧੂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼।